ਸਾਡੀ ਗੱਲਬਾਤ ਹੋਏਗੀ ਡਾਕਟਰ ਸਤਨਾਮ ਸਿੰਘ ਜੀ ਦੇ ਨਾਲ। ਡਾਕਟਰ ਸਤਨਾਮ ਸਿੰਘ ਸੰਧੂ ਡੀਨ ਨੇ, ਹੈੱਡ ਨੇ ਲੈਂਗੁਏਜਿਸ ਡਿਪਾਰਟਮੈਂਟ ਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ, ਤੇ ਸਾਡੀ ਮਾਂ ਬੋਲੀ ਪੰਜਾਬੀ ਦੇ ਪ੍ਰੋਫੈਸਰ ਵੀ ਨੇ ਉੱਥੇ। ਤੇ ਅੱਜ ਦੀ ਗੱਲਬਾਤ ਉਹਨਾਂ ਦੇ ਨਾਲ ਹੋਏਗੀ। ਤੇ ਪੰਜਾਬੀ, ਕਿਉਂਕਿ ਅੱਜ ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਹੈ, ਇਸ ਵਿਸ਼ੇ ਤੇ ਅੱਜ ਅਸੀਂ ਪੰਜਾਬੀ ਨੂੰ ਲੈ ਕੇ ਉਹਨਾਂ ਦੇ ਨਾਲ ਚਰਚਾ ਕਰਾਂਗੇ। ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਸਤਿ ਸ੍ਰੀ ਅਕਾਲ ਸਰ ਜੀ। ਆਇਆਂ ਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਰਿਸ਼ੀ ਜੀ। ਬਹੁਤ ਧੰਨਵਾਦ ਸਰ। ਅੱਜ ਸਾਡਾ ਮਾਂ ਬੋਲੀ ਦਿਵਸ ਹੈ, ਪੰਜਾਬੀ ਮਾਂ ਬੋਲੀ ਦਿਵਸ ਹੈ। ਤੁਹਾਨੂੰ ਬਹੁਤ ਬਹੁਤ ਮੁਬਾਰਕ ਸਰ। ਮੇਰੇ ਵੱਲੋਂ ਰਿਸ਼ੀ ਜੀ ਤੁਹਾਨੂੰ, ਰੈੱਡ FM ਦੀ ਸਾਰੀ ਟੀਮ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਪੰਜਾਬ ਤੋਂ ਬਹੁਤ ਬਹੁਤ ਮੁਬਾਰਕਬਾਦ। ਬੜੀ ਚਰਚਾ ਕੀਤੀ ਜਾਂਦੀ ਹੈ ਕਿ ਜਿਹੜੀ ਪੰਜਾਬੀ ਹੈ ਉਹਨੂੰ ਕੋਈ ਖਤਰਾ ਹੈ ਕਿਸੇ ਤਰ੍ਹਾਂ ਦਾ। ਕੀ ਇਹ ਖਤਰਾ ਸੱਚੀ ਹੈ? ਰਿਸ਼ੀ ਜੀ, ਖਤਰਾ ਬਿਲਕੁਲ ਹੈ। ਖਤਰਾ ਇਕੱਲੀ ਪੰਜਾਬੀ ਨੂੰ ਨਹੀਂ, ਸਾਰੀਆਂ ਖੇਤਰੀ ਜ਼ੁਬਾਨਾਂ ਨੂੰ ਖਤਰਾ ਹੈ। ਸਾਰੇ ਛੋਟੇ ਕਲਚਰ ਹੈ ਜਿਹੜੇ, ਉਹਨਾਂ ਨੂੰ ਖਤਰਾ ਹੈ। ਕਿਉਂਕਿ ਜਿਵੇਂ ਜਿਵੇਂ ਸੰਚਾਰ ਦੇ ਮਾਧਿਅਮ ਵੱਧ ਰਹੇ ਹੈ, ਅਸੀਂ ਇੱਕ ਦੂਸਰੇ ਦੇ ਨੇੜੇ ਆ ਰਹੇ ਹਾਂ। ਉਵੇਂ ਜਿਵੇਂ ਇੱਕ ਅੰਤਰਰਾਸ਼ਟਰੀ ਸੱਭਿਆਚਾਰ ਅਤੇ ਭਾਸ਼ਾ ਵਿਕਸਿਤ ਹੋ ਰਹੀ ਹੈ। ਜਦੋਂ ਅੰਤਰਰਾਸ਼ਟਰੀ ਪੱਧਰ ਦੀ ਸੰਚਾਰ ਦੀ ਨਵੀਂ ਵਿਧੀ ਆਉਂਦੀ ਹੈ ਤਾਂ ਕੁਦਰਤੀ ਤੌਰ ਤੇ ਬਹੁਤ ਸਾਰੇ ਲੋਕ ਉਹਨੂੰ ਅਪਣਾਉਂਦੇ ਹੈ, ਜਿਹਦੇ ਨਾਲ ਸਾਰੇ ਜਿਨ੍ਹਾਂ ਨੂੰ ਅਸੀਂ ਅੰਗਰੇਜ਼ੀ 'ਚ ਸਬ ਕਲਚਰ ਜਾਂ ਛੋਟੇ ਸੱਭਿਆਚਾਰ ਕਹਿੰਦੇ ਆ, ਉਹ ਕਿਤੇ ਨਾ ਕਿਤੇ ਪਿੱਛੇ ਪੈਂਦੇ ਜਾਂਦੇ ਹੈ। ਇਹ ਕੁਦਰਤੀ ਵਰਤਾਰਾ ਹੈ। ਇਸ ਕਰਕੇ ਜਿਹੜੇ ਸਾਡੇ ਛੋਟੇ ਕਲਚਰ ਹੈ, ਤੁਹਾਡੇ ਗੁਆਂਢ ਦੇ ਵਿੱਚ ਜਿੱਥੇ ਤੁਸੀਂ ਰਹਿ ਰਹੇ ਹੋ, ਕੈਲਗਰੀ ਸ਼ਹਿਰ ਦੇ ਵਿੱਚ, ਤੁਸੀਂ ਦੇਖਿਆ ਹੋਣਾ ਤੁਹਾਡੇ ਬਾਹਰਲੇ ਖੇਤਰਾਂ ਦੇ ਵਿੱਚ ਜਿਹੜੇ ਪੁਰਾਣੇ ਕੈਨੇਡੀਅਨ ਲੋਕ ਸੀ, ਮੂਲ ਨਿਵਾਸੀ, ਉਹਨਾਂ ਦਾ ਸੱਭਿਆਚਾਰ ਖੁਰਦਾ ਕਿਨਾਰੇ ਤੇ ਚਲਿਆ ਗਿਆ। ਇਸੇ ਤਰੀਕੇ ਨਾਲ ਜਦੋਂ ਵੱਡੇ ਸੱਭਿਆਚਾਰ ਦੀ ਭਰਮਾਰ ਹੁੰਦੀ ਹੈ ਤਾਂ ਛੋਟੇ ਸੱਭਿਆਚਾਰ ਖੁਰਨ ਲੱਗਦੇ ਹੈ, ਤੇ ਉਸ ਸੱਭਿਆਚਾਰ ਨੂੰ ਪ੍ਰੇਮ ਕਰਨ ਵਾਲੇ ਲੋਕ ਹੈ ਜਿਹੜੇ ਲਗਾਤਾਰ ਚੇਤਨ ਹੋ ਕੇ ਕੋਸ਼ਿਸ਼ ਕਰਦੇ ਆ ਕਿ ਉਹ ਆਪਣੇ ਸੱਭਿਆਚਾਰ, ਆਪਣੀ ਭਾਸ਼ਾ ਨੂੰ ਖੁਰਨ ਤੋਂ ਬਚਾਉਣ ਦਾ ਵੱਧ ਤੋਂ ਵੱਧ ਯਤਨ ਕਰਨ। ਜੀ ਰਿਸ਼ੀ ਜੀ। ਤੇ ਡਾਕਟਰ, ਇੱਕ ਹੋਰ ਗੱਲ ਜਿਹੜੀ ਅਕਸਰ ਕੀਤੀ ਜਾਂਦੀ ਹੈ, ਔਰ ਖਾਸ ਤੌਰ ਤੇ ਜਿਹੜੇ ਸਾਡੇ ਪੰਜਾਬੀ ਦੇ ਵਿਦਵਾਨ ਨੇ, ਉਹਨਾਂ ਦੇ ਉੱਤੇ ਇਹ ਦੋਸ਼ ਲੱਗਦੇ ਨੇ ਕਿ ਉਹਨਾਂ ਨੇ ਸਾਡੀ ਪੰਜਾਬੀ ਨੂੰ ਮੁਸ਼ਕਿਲ ਕਰ ਦਿੱਤਾ ਹੈ। ਉਹਦੇ ਵਿੱਚ ਬਹੁਤ ਸਾਰੇ ਸੰਸਕ੍ਰਿਤ ਦੇ ਵਰਡ ਬੇਲੋੜੇ ਅਸੀਂ ਵਾੜ ਦਿੱਤੇ ਨੇ। ਤੇ ਕੀ ਇਹ ਗੱਲ ਠੀਕ ਹੈ? ਦੇਖੋ, ਜਿੱਥੋਂ ਤੱਕ ਭਾਸ਼ਾ ਨੂੰ ਮੁਸ਼ਕਿਲ ਕਰਨ ਦੀ ਗੱਲ ਹੈ, ਜਿਵੇਂ ਜਿਵੇਂ ਭਾਸ਼ਾ ਦੇ ਵਿੱਚ ਬਹੁਤ ਸਾਰੀਆਂ ਦਾਰਸ਼ਨਿਕ ਗੱਲਾਂ ਆਉਂਦੀਆਂ, ਤੁਸੀਂ ਕਿਉਂਕਿ ਖੁਦ ਅੰਗਰੇਜ਼ੀ ਪੜ੍ਹਾਉਂਦੇ ਵੀ ਰਹੇ ਹੋ, ਅੰਗਰੇਜ਼ੀ ਦੇ ਸਕਾਲਰ ਹੋ, ਪ੍ਰੋਫੈਸਰ ਹੋ, ਤੁਹਾਨੂੰ ਇਸ ਗੱਲ ਬਾਰੇ ਚੰਗੀ ਤਰ੍ਹਾਂ ਪਤਾ ਹੈ ਕਿ ਜਿਹੜੀ ਕਲਾਸੀਕਲ ਇੰਗਲਿਸ਼ ਸੀ ਤੇ ਜਿਹੜੀ ਅੱਜ ਕੱਲ੍ਹ ਸਾਡੀ ਕਮਿਊਨੀਕੇਸ਼ਨ ਦੀ ਇੰਗਲਿਸ਼ ਹੈ, ਦੋਨਾਂ ਦੇ ਵਿੱਚ ਬਹੁਤ ਅੰਤਰ ਹੈ। ਇਹ ਗੱਲ ਬਿਲਕੁਲ ਦਰੁਸਤ ਹੈ ਕਿ ਲੋਕਾਂ ਦੀ ਆਮ ਬੋਲਚਾਲ ਦੀ ਜਿਹੜੀ ਭਾਸ਼ਾ ਹੈ, ਜਦੋਂ ਤੁਸੀਂ ਆਪਣੀ ਲਿਖਤ ਦੀ ਭਾਸ਼ਾ ਨੂੰ ਉਸ ਤੋਂ ਦੂਰ ਲੈ ਕੇ ਜਾਓਗੇ ਤਾਂ ਉਹਦੇ ਨਾਲ ਸਮੱਸਿਆਵਾਂ ਆਉਣਗੀਆਂ। ਪਰ ਨਾਲ ਹੀ ਨਾਲ ਇੱਕ ਇਹ ਵੀ ਗੱਲ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਦਾਰਸ਼ਨਿਕ ਮਸਲਿਆਂ ਤੇ ਵਿਚਾਰ ਕਰਦੇ ਹੋ, ਉਹ ਪਰਿਭਾਸ਼ਿਕ ਮਸਲੇ ਹੁੰਦੇ ਹੈ, ਉਸ ਦੇ ਵਿੱਚ ਤੁਹਾਨੂੰ ਦਾਰਸ਼ਨਿਕ ਸ਼ਬਦਾਂ ਦੀ ਚੋਣ ਕਰਨੀ ਪੈਂਦੀ ਹੈ। ਇਸ ਕਰਕੇ ਹੋ ਸਕਦਾ ਹੈ ਕਿ ਕੁਝ ਹੱਦ ਤੱਕ ਉਹ ਸ਼ਬਦ ਸਾਨੂੰ ਮੁਸ਼ਕਿਲ ਵੀ ਲੱਗਣ। ਇਹਦੇ ਲਈ ਮੈਂ ਇੱਕ ਉਦਾਹਰਨ ਦੇਣੀ ਚਾਹੂੰਗਾ ਕਿ ਤੁਸੀਂ ਜਾਣਦੇ ਹੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਬਾ ਫਰੀਦ ਦੀ ਪੰਜਾਬੀ ਬਹੁਤ ਸਰਲ, ਬਹੁਤ ਸਪਸ਼ਟ ਤੇ ਬਹੁਤ ਮਿੱਠੀ ਹੈ। ਪਰ ਜਦੋਂ ਕਿਤੇ ਉਹ ਦਾਰਸ਼ਨਿਕ ਗੱਲ ਕਰਦੇ ਹੋਏ ਇਸਲਾਮ ਦੇ ਸਿਧਾਂਤ ਦੀ ਗੱਲ ਕਰਦੇ ਆ ਤਾਂ ਕੁਝ ਫਾਰਸੀ ਦੇ ਸ਼ਬਦ ਇੱਦਾਂ ਦੇ ਆ ਜਾਂਦੇ ਹੈ ਜਿਨ੍ਹਾਂ ਨੂੰ ਸਮਝਣ ਦੇ ਵਿੱਚ ਦਿੱਕਤ ਆਉਂਦੀ ਹੈ। ਇਹ ਗੱਲ ਬਿਲਕੁਲ ਵਾਜਬ ਹੈ। ਵਿਦਵਾਨਾਂ ਨੂੰ ਕਈ ਵਾਰ ਮਜਬੂਰੀ ਵਸ ਕਹਿ ਲਿਆ ਜਾਵੇ ਕਿ ਔਖੇ ਸ਼ਬਦ ਪ੍ਰਯੋਗ ਦੇ ਵਿੱਚ ਲਿਆਉਣੇ ਪੈਂਦੇ ਹੈ। ਮੇਰੀ ਇੱਛਾ ਇਹ ਹੈ ਕਿ ਸੌਖੇ ਸ਼ਬਦ ਉਹਨਾਂ ਦੇ ਬਦਲ ਜੇ ਲਏ ਜਾਣ ਤਾਂ ਉਹ ਜ਼ਿਆਦਾ ਬਿਹਤਰ ਹੋ ਸਕਦੇ ਹੈ। ਰਿਸ਼ੀ ਜੀ। ਜੀ ਬਿਲਕੁਲ। ਤੇ ਜਿਹੜੇ ਪ੍ਰਵਾਸੀ ਲੋਕ ਨੇ, ਜਿਹੜੇ ਅਸੀਂ ਬਾਹਰ ਬੈਠੇ ਹਾਂ, ਆਪਣੀਆਂ ਜੜ੍ਹਾਂ ਤੋਂ ਦੂਰ ਹੋ ਕੇ ਆਏ ਹਾਂ, ਇਹਨਾਂ ਨੇ ਪੰਜਾਬੀ ਬੜੀ ਸੰਭਾਲੀ। ਕਿਹਾ ਜਾਂਦਾ ਹੈ ਕਿ ਇਹਨਾਂ ਨੇ ਬਾਹਰ ਆ ਕੇ ਆਪਣੀ ਪੰਜਾਬੀ ਸੰਭਾਲ ਕੇ ਰੱਖੀ ਹੈ। ਤੇ ਕੀ ਸੱਚੀ ਮੁੱਚੀ ਇਹ ਗੱਲ ਠੀਕ ਹੈ? ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਇਹਦੇ ਲਈ ਮੈਂ ਫਿਰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਕੇ ਗੱਲ ਕਰੂੰਗਾ। ਅਸੀਂ ਸਾਰੇ ਜਾਣਦੇ ਹਾਂ ਕਿ ਬੁੱਧਿਜ਼ਮ ਦਾ ਜਨਮ ਹੈ ਜਿਹੜਾ ਉਹ ਹਿੰਦੁਸਤਾਨ ਦੇ ਵਿੱਚ ਹੋਇਆ ਸੀ। ਹੌਲੀ ਹੌਲੀ ਜਿਹੜਾ ਬੁੱਧਿਜ਼ਮ ਹੈ ਉਹ ਹਿੰਦੁਸਤਾਨ ਦੇ ਵਿੱਚ ਸ਼ਾਇਦ ਉਸ ਕਿਸਮ ਨਾਲ ਪ੍ਰਫੁੱਲਤ ਨਹੀਂ ਹੋਇਆ ਜਿਵੇਂ ਅੱਜ ਉਹ ਤਿੱਬਤ ਦੇ ਵਿੱਚ, ਜਾਪਾਨ ਦੇ ਵਿੱਚ, ਜਾਂ ਆਪਾਂ ਕਹਿ ਦਈਏ ਚੀਨ ਦੇ ਵਿੱਚ ਪ੍ਰਫੁੱਲਤ ਹੋਇਆ।
ਇਸੇ ਤਰੀਕੇ ਨਾਲ ਜਿਹੜੇ ਤੁਸੀਂ ਲੋਕ ਬਾਹਰ ਆ ਗਏ, ਤੁਹਾਨੂੰ ਇੱਥੋਂ ਦੇ ਪੰਜਾਬ ਨਾਲੋਂ ਇੱਕ ਸਹੂਲਤ ਵੀ ਮਿਲ ਗਈ। ਉਹ ਸਹੂਲਤ ਇਹ ਮਿਲੀ ਕਿ ਜਦੋਂ ਤੁਸੀਂ ਆਪਣੇ ਪੰਜਾਬੀਆਂ ਨਾਲ ਗੱਲ ਕਰਦੇ ਹੋ ਤਾਂ ਉਹ 'ਚ ਰਲਾਉਟ ਨਹੀਂ ਹੈ। ਜਿਸ ਕਿਸਮ ਦੀ ਭਾਸ਼ਾ ਲੈ ਕੇ ਗਏ ਸੀ ਉਸ ਕਿਸਮ ਦੀ ਭਾਸ਼ਾ ਨੂੰ ਸੰਭਾਲਿਆ ਹੋਇਆ ਹੈ। ਦੂਸਰੀ ਭਾਸ਼ਾ ਜਿਹੜੀ ਤੁਸੀਂ ਬੋਲਦੇ ਹੋ ਉਹ ਅੰਗਰੇਜ਼ੀ ਭਾਸ਼ਾ ਜਿਹੜੀ ਉਹਦੇ ਨਾਲੋਂ ਬਿਲਕੁਲ ਵੱਖਰੀ ਹੈ। ਜਦੋਂ ਅਸੀਂ ਹਿੰਦੁਸਤਾਨੀ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਇੱਥੇ ਨਾਲ ਲੱਗਦੇ ਸੂਬਿਆਂ ਦੀਆਂ ਭਾਸ਼ਾਵਾਂ ਜਿਨ੍ਹਾਂ ਦੇ ਬਹੁਤ ਸਾਰੇ ਸ਼ਬਦ, ਜਿਹੜੀਆਂ ਰਹੁ ਰੀਤਾਂ ਰਿਵਾਜ਼ ਇੱਕ ਦੂਸਰੇ ਨਾਲ ਮਿਲਦੇ ਹੈ, ਉਸ ਆਦਾਨ ਪ੍ਰਦਾਨ ਨਾਲ ਜਿਹੜਾ ਸ਼ਬਦਾਂ ਦਾ ਆਦਾਨ ਪ੍ਰਦਾਨ ਉਹ ਵੱਧ ਜਾਂਦਾ ਹੈ। ਇਸ ਕਰਕੇ ਇਹ ਗੱਲ ਕਿਸੇ ਹੱਦ ਤੱਕ ਠੀਕ ਕਹੀ ਜਾ ਸਕਦੀ ਹੈ। ਦੂਸਰੀ ਗੱਲ ਇਹ ਹੈ ਕਿ ਭਾਸ਼ਾ ਬਾਰੇ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਕੁਛ ਦੇ 12 ਕੋਹ ਤੋਂ ਬਾਅਦ ਕਹਿੰਦੇ ਭਾਸ਼ਾ ਤਬਦੀਲ ਹੋ ਜਾਂਦੀ ਹੈ ਤੇ ਭਾਸ਼ਾ ਲਗਾਤਾਰ ਵਹਿੰਦਾ ਦਰਿਆ, ਇਹ ਸਦਾ ਬਦਲਦੀ ਰਹਿੰਦੀ ਹੈ। ਇਸ ਲਈ ਇਹ ਕੁਦਰਤੀ ਹੈ ਕਿ ਤੁਹਾਡੇ ਕੋਲੇ ਵੀ ਜਿਹੜੀ ਵਰਤੀ ਜਾਣ ਵਾਲੀ ਭਾਸ਼ਾ ਹੈ ਇਹ ਵੀ ਅਗਲੀ ਪੀੜ੍ਹੀ ਤੇ ਜਾ ਕੇ ਬਦਲ ਜਾਂਦੀ ਹੈ। ਇਹਨੇ ਸਦਾ ਹੀ ਇੱਥੇ ਖੜੇ ਨਹੀਂ ਰਹਿਣਾ। ਤੇ ਇਸੇ ਤਰੀਕੇ ਨਾਲ ਭਾਸ਼ਾ ਜਿਹੜੀ, ਜਿਵੇਂ ਮਨੁੱਖ ਦਾ ਲਿਬਾਸ, ਮਨੁੱਖ ਦਾ ਖਾਣਾ, ਉਹਦਾ ਵਿਹਾਰ, ਉਹਦੀਆਂ ਰਹੁ ਰੀਤਾਂ ਬਦਲ ਰਹੀਆਂ, ਉਸੇ ਤਰੀਕੇ ਨਾਲ ਭਾਸ਼ਾ ਨੇ ਵੀ, ਭਾਵੇਂ ਆਪਾਂ ਜਿੰਨਾ ਮਰਜ਼ੀ ਕਹੀਏ ਕਿ ਅਸੀਂ ਉਸ ਭਾਸ਼ਾ ਨੂੰ ਉਸੇ ਰੂਪ 'ਚ ਰੱਖ ਲਾਂਗੇ, ਉਹ ਰੱਖੀ ਨਹੀਂ ਜਾ ਸਕਦੀ। ਜੇ ਅਸੀਂ ਉਸ ਨੂੰ ਉਸੇ ਰੂਪ 'ਚ ਰੱਖਣ ਦੀ ਕੋਸ਼ਿਸ਼ ਕਰਾਂਗੇ ਤਾਂ ਸੰਸਕ੍ਰਿਤ ਵਾਂਗੂ ਸਾਡੇ ਬੂਹੇ ਬਾਰੀਆਂ ਬੰਦ ਹੋ ਜਾਣਗੇ ਤੇ ਭਾਸ਼ਾ ਨੂੰ ਬੋਲਣ ਵਾਲਿਆਂ ਦੀ ਗਿਣਤੀ ਘਟ ਜਾਊਗੀ। ਰਿਸ਼ੀ ਨਾਗਰ ਜੀ, ਇਹ ਬਹੁਤ ਵਧੀਆ ਗੱਲ ਕੀਤੀ ਹੈ ਤੁਸੀਂ ਕਿ ਜੇ ਅਸੀਂ ਇਸ ਨੂੰ ਲਗਾਤਾਰ, ਇਹਦਾ ਵਿਕਾਸ ਹੁੰਦਾ ਰਹੇਗਾ, ਜੇ ਲਗਾਤਾਰ ਇਹ ਡਿਵੈਲਪ ਹੁੰਦੀ ਰਹੇਗੀ ਤਾਂ ਇਸ ਦਾ ਪ੍ਰਸਾਰ ਵਧੇਗਾ। ਔਰ ਵਾਕਈ ਇਹ ਗੱਲ ਠੀਕ ਹੈ ਤੁਹਾਡੀ ਗੱਲ ਕਿ ਜੇ ਸਾਡੇ ਕੋਲ ਦੂਜੀਆਂ ਭਾਸ਼ਾਵਾਂ ਦੇ ਸ਼ਬਦ ਵੀ ਹੋਣਗੇ, ਉਹਨਾਂ ਲੋਕਾਂ ਨੂੰ ਵੀ ਸਾਨੂੰ ਆਪਣੇ ਨਾਲ ਜੁੜਨ ਵਿੱਚ ਆਸਾਨੀ ਰਹੇਗੀ। ਇਹ ਗੱਲ ਤੁਹਾਡੀ ਠੀਕ ਹੈ। ਥੋੜ੍ਹੀ ਜਿਹੀ ਇੱਕ ਗੱਲ ਹੋਰ ਕਿ ਕਈ ਵਾਰੀ ਇਹ ਮਹਿਸੂਸ ਹੋ ਜਾਂਦਾ, ਸਾਨੂੰ ਲੱਗਦਾ ਹੈ ਕਿ ਪੰਜਾਬੀ ਬੋਲਣ ਨਾਲ ਖਰੇ ਮੈਂ ਛੋਟਾ ਹੋ ਜਾਵਾਂਗਾ, ਜੇ ਮੈਂ ਪੰਜਾਬੀ ਬੋਲੀ ਤਾਂ ਮੇਰੀ ਬੇਇੱਜ਼ਤੀ ਹੋ ਜਾਏਗੀ। ਇਹ ਇੱਕ ਜਿਹੜਾ ਮੈਂ ਉਹਨੂੰ ਕੀ ਕਹਾਂਗਾ ਕਿ ਇੱਕ ਇਨਫੀਰੀਓਰਿਟੀ ਕੰਪਲੈਕਸ ਅਸੀਂ ਆਪਣੇ ਅੰਦਰ ਵਾੜ ਲਿਆ, ਹੀਨ ਭਾਵਨਾ ਸਾਡੇ ਅੰਦਰ ਆ ਜਾਂਦੀ ਹੈ ਜੀ ਮੈਂ ਤਾਂ ਪੰਜਾਬੀ ਬੋਲ ਰਿਹਾ। ਇਹਨੂੰ ਕਿਵੇਂ ਦੂਰ ਕੀਤਾ ਜਾ ਸਕਦਾ? ਇਹ ਕੰਪਲੈਕਸ ਦੇ ਪਿੱਛੇ ਆਪਾਂ ਸਾਰੇ ਜਾਣਦੇ ਹਾਂ ਇਤਿਹਾਸ ਪਿਆ ਹੈ। ਅਸੀਂ ਲੰਬੇ ਸਮੇਂ ਤੋਂ ਅੰਗਰੇਜ਼ਾਂ ਦੇ ਗੁਲਾਮ ਰਹੇ ਹਾਂ। ਅਸੀਂ ਅੰਗਰੇਜ਼ਾਂ ਦਾ ਪਹਿਰਾਵਾ, ਅੰਗਰੇਜ਼ਾਂ ਦੀ ਭਾਸ਼ਾ, ਉਹਨਾਂ ਦਾ ਰਹਿਣ ਸਹਿਣ, ਖਾਣ ਪੀਣ, ਸਲੀਕਾ, ਉਸ ਨੂੰ ਅਪਣਾ ਕੇ ਆਪਣੇ ਆਪ ਨੂੰ ਵੱਡਾ ਮਹਿਸੂਸ ਕਰਦੇ ਸੀ। ਇਹ ਸਾਡੀ ਮਜਬੂਰੀ ਕਹਿ ਲਓ, ਸਾਡੀ ਗੁਲਾਮੀ ਦਾ ਚਿੰਨ੍ਹ ਕਹਿ ਲਓ, ਉਹ ਕਿਤੇ ਨਾ ਕਿਤੇ ਸਾਡੇ ਮਨ ਦੇ ਵਿੱਚ ਅਜੇ ਵੀ ਪਿਆ ਹੋਇਆ ਹੈ। ਹਿੰਦੁਸਤਾਨ ਦੇ ਵਿੱਚ, ਤੁਹਾਡੇ ਮਨ ਦੇ ਵਿੱਚ ਸ਼ਾਇਦ ਇਹ ਗੱਲ ਨਾ ਹੋਵੇ, ਕੋਈ ਵੀ ਚਿੱਟੀ ਚਮੜੀ ਵਾਲਾ ਗੋਰਾ ਵਿਅਕਤੀ, ਮੈਂ ਡੈਰੋਗੇਟਰੀ ਸੈਂਸ 'ਚ ਨਹੀਂ ਕਹਿ ਰਿਹਾ, ਕੋਈ ਵੀ ਜਿਹੜਾ ਵਾਈਟ ਪਰਸਨ ਜਿਹਨੂੰ ਅਸੀਂ ਕਹਿ ਸਕਦੇ ਹਾਂ, ਜੇ ਉਹ ਹਿੰਦੁਸਤਾਨ ਦੇ ਵਿੱਚ ਜਾ ਕੇ ਭਾਵੇਂ ਸਧਾਰਨ ਗੱਲ ਕਹੇ, ਆਮ ਆਦਮੀ ਇਹ ਲੈਂਦੇ ਹੈ ਕਿ ਇਹ ਬਹੁਤ ਵੱਡਾ ਵਿਦਵਾਨ ਗੱਲ ਕਰ ਰਿਹਾ ਕਿਉਂਕਿ ਉਹਦੀ ਮਾਤ ਭਾਸ਼ਾ ਅੰਗਰੇਜ਼ੀ ਹੋਊਗੀ ਜਦੋਂ ਉਹ ਅੰਗਰੇਜ਼ੀ ਦੇ ਵਿੱਚ ਬੋਲਦਾ ਹੈ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਜਿਹੜਾ ਇਹ ਅਹਿਸਾਸੇ ਕਮਤਰੀ ਉਰਦੂ ਦੇ ਵਿੱਚ ਕਹਾ ਇਨਫੀਰੀਅਰਿਟੀ ਕੰਪਲੈਕਸ ਨੂੰ, ਇਹ ਸਾਡੇ ਅੰਦਰ ਕਿਤੇ ਨਾ ਕਿਤੇ ਜ਼ਰੂਰ ਪਿਆ ਹੋਇਆ ਹੈ। ਜਿਵੇਂ ਅੱਜ ਕੱਲ੍ਹ ਅਸੀਂ ਬਹੁਤ ਮਾਡਰਨ ਬਣਨ ਵੇਲੇ ਸਾਡੇ ਪਰੌਂਠੇ ਦੀ ਥਾਂ ਤੇ ਪੀਜ਼ਾ ਖਾ ਕੇ ਬਿਹਤਰ ਸਮਝਦੇ ਹਾਂ, ਇਸੇ ਤਰੀਕੇ ਨਾਲ ਇਹ ਕੰਪਲੈਕਸ ਹੈ ਜਿਹੜਾ ਸਾਡੇ ਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਲੱਗਦਾ ਜ਼ਰੂਰ ਵਸਿਆ ਹੋਇਆ ਹੈ। ਇਹ ਹੌਲੀ ਹੌਲੀ ਦੂਰ ਹੋ ਜੂ ਜਦੋਂ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਵਿਸ਼ਵ ਦੇ ਵਿੱਚ ਵੱਡਾ ਹੋਣ ਵਾਸਤੇ ਅੰਗਰੇਜ਼ੀ 'ਚ ਲਿਖਣਾ ਪੜ੍ਹਨਾ ਹੀ ਜ਼ਰੂਰੀ ਨਹੀਂ ਹੈ, ਤੁਹਾਡੇ ਵਿਚਾਰਾਂ ਦੀ ਪੁਖਤਗੀ, ਵਿਚਾਰਾਂ ਦੀ ਉੱਤਮਤਾ ਵੀ ਜ਼ਰੂਰੀ ਹੈ। ਰਸੂਲ ਹਮਜ਼ਾ ਤੋਂ ਵਿਸ਼ਵ ਦੇ ਵਿੱਚ ਆਪਣੀ ਖੇਤਰੀ ਭਾਸ਼ਾ ਦੇ ਵਿੱਚ ਲਿਖ ਕੇ ਵੱਡਾ ਲੇਖਕ ਬਣਿਆ, ਗੋਰਕੀ ਵੱਡਾ ਲੇਖਕ ਬਣਿਆ, ਟੋਲਸਟਾਏ ਵੱਡਾ ਲੇਖਕ ਬਣਿਆ। ਇਸ ਲਈ ਮੈਨੂੰ ਇਹ ਲੱਗਦਾ ਹੈ ਕਿ ਹੁਣ ਲੋਕ ਕਾਫੀ ਹੱਦ ਤੱਕ ਇਸ ਗੱਲ ਤੋਂ ਅੱਗੇ ਚਲੇ ਗਏ ਹੈ। ਰਿਸ਼ੀ ਜੀ ਤੇ ਡਾਕਟਰ ਸਾਹਿਬ, ਜੇ ਅਸੀਂ ਕਈ ਵਾਰੀ ਇਹ ਸਵਾਲ ਪੁੱਛਿਆ ਜਾਂਦਾ ਵੀ ਪੰਜਾਬੀ ਬੋਲਣ ਨਾਲ ਕੀ ਹੋ ਜਾਏਗਾ, ਮੇਰੀ ਮਾਂ ਬੋਲੀ ਪੰਜਾਬੀ ਰਹੀ ਹੈ, ਕੀ ਮੇਰੇ ਬੱਚਿਆਂ ਦੀ ਵੀ ਮਾਂ ਬੋਲੀ ਪੰਜਾਬੀ ਹੋਣੀ ਚਾਹੀਦੀ ਹੈ ਤੇ ਕਿਉਂ ਹੋਣੀ ਚਾਹੀਦੀ ਹੈ? ਕਿਉਂ ਅਸੀਂ ਆਪਣੀ ਪੰਜਾਬੀ ਨੂੰ ਜਾਂ ਆਪਣੀ ਮਾਂ ਬੋਲੀ ਨੂੰ ਸੰਭਾਲ ਕੇ ਰੱਖੀਏ? ਇਹਦੇ ਬਾਰੇ ਸਾਨੂੰ ਥੋੜ੍ਹੀ ਜਿਹੀ ਜਾਣਕਾਰੀ ਦਿਓ ਵੀ ਇਹ ਕਿਉਂ ਜ਼ਰੂਰੀ ਹੈ ਸਾਡੇ ਵਾਸਤੇ। ਇਹ ਤੁਹਾਡਾ ਬਹੁਤ ਮਹੱਤਵਪੂਰਨ ਸਵਾਲ ਹੈ। ਸਾਡਾ ਜਿਹੜਾ ਵਿਰਸਾ ਹੁੰਦਾ ਹੈ ਉਹ ਸਾਨੂੰ ਮਾਨਸਿਕ ਤੌਰ ਤੇ ਤਾਕਤ ਬਖਸ਼ਦਾ ਹੈ। ਜਦੋਂ ਅਸੀਂ ਕਿਤੇ ਵੀ ਦੂਸਰੇ ਸੱਭਿਆਚਾਰ ਦੇ ਵਿੱਚ ਜਾਂਦੇ ਹਾਂ ਤਾਂ ਉਸ ਸੱਭਿਆਚਾਰ ਦੇ ਵਿੱਚ ਜਦੋਂ ਤੁਸੀਂ ਆਪਣਾ ਪੱਖ ਰੱਖਣਾ ਹੁੰਦਾ ਹੈ, ਆਪਣੇ ਵਿਰਸੇ ਨੂੰ ਰੱਖਣਾ ਹੁੰਦਾ ਹੈ ਕਿ ਤੁਹਾਡਾ ਪਿੱਛਾ ਕਿਹੋ ਜਿਹਾ, ਤਾਂ ਤੁਹਾਡੀ ਭਾਸ਼ਾ ਦੇ ਵਿੱਚ ਤੁਹਾਡੇ ਬਹੁਤ ਸਾਰੇ ਇਤਿਹਾਸਕ ਦਸਤਾਵੇਜ਼ ਪਏ ਹੁੰਦੇ ਆ, ਤੁਹਾਡੇ ਨਾਇਕ ਪਏ ਹੁੰਦੇ ਆ, ਤੁਹਾਡੀਆਂ ਕਥਾ ਕਹਾਣੀਆਂ ਪਈਆਂ ਹੁੰਦੀਆਂ ਜਿਹੜੀਆਂ ਤੁਹਾਨੂੰ ਇੱਕ ਪਾਸੇ ਨੈਤਿਕ ਸਿੱਖਿਆ ਦਿੰਦੀਆਂ,
ਦੂਸਰੇ ਪਾਸੇ ਮਾਨਸਿਕ ਤੌਰ ਤੇ ਤਾਕਤ ਬਖਸ਼ਦੀਆਂ। ਸਾਡੇ ਬਜ਼ੁਰਗਾਂ ਦੁਆਰਾ ਸੁਣਾਈਆਂ ਗਈਆਂ ਪੁਰਾਣੀਆਂ ਕਹਾਣੀਆਂ ਤੁਹਾਨੂੰ ਇਹ ਦੱਸਦੀਆਂ ਕਿ ਤੁਸੀਂ ਕਿਸੇ ਵਿਸ਼ੇਸ਼ ਕਿਸਮ ਦੇ ਸੰਕਟ ਦੇ ਵਿੱਚੋਂ ਕਿਵੇਂ ਨਿਕਲਣਾ ਹੈ। ਤੁਸੀਂ ਜਾਣਦੇ ਹੋਵੋਗੇ ਕਿ ਪੁਰਾਤਨ ਸਮੇਂ ਵਿੱਚ ਰਾਜਿਆਂ ਨੂੰ ਸਿੱਖਿਆ ਦੇਣ ਵਾਸਤੇ ਪੰਚਤੰਤਰ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਸੀ। ਜਿਹੜੀਆਂ ਉਹ ਕਹਾਣੀਆਂ ਉਹ ਮਾਂ ਬੋਲੀ ਦੇ ਵਿੱਚ ਤੁਹਾਡੇ ਵਿਰਸੇ ਦੇ ਵਿੱਚੋਂ ਢਲ ਕੇ ਜਿਸ ਤਰੀਕੇ ਨਾਲ ਤੁਹਾਡੀ ਬਾਡੀ ਦੇ ਵਿੱਚ ਜੀਨਸ ਟਰੈਵਲ ਕਰਦੇ ਹੈ, ਇਸੇ ਤਰੀਕੇ ਨਾਲ ਤੁਹਾਡਾ ਸੱਭਿਆਚਾਰ ਹੈ ਜਿਹੜਾ ਉਹ ਵੀ ਜੀਨਸ ਵਾਂਗੂ ਤੁਹਾਡੇ ਭਾਸ਼ਾ ਰਾਹੀਂ ਤੁਹਾਡੇ ਅੰਦਰ ਸਮੋਇਆ ਰਹਿੰਦਾ ਹੈ। ਇਸ ਕਰਕੇ ਜਦੋਂ ਤੁਹਾਡੇ ਵਿੱਚ ਇਸ ਕਿਸਮ ਦਾ ਬਦਲਾਅ ਆਊਗਾ ਤਾਂ ਜਿਵੇਂ ਅਸੀਂ ਦੋ ਨਸਲਾਂ ਦੇ ਮਿਲਣ ਨਾਲ ਇੱਕ ਵੱਖਰੀ ਕਿਸਮ ਦਾ ਵੱਖਰੇ ਰੰਗ ਰੂਪ ਵਾਲਾ ਇਨਸਾਨ ਦੇਖਦੇ ਹਾਂ, ਇਸੇ ਤਰੀਕੇ ਨਾਲ ਜਦੋਂ ਅਸੀਂ ਸਾਡੇ ਭਾਸ਼ਾ ਦੇ ਜੀਨਸ ਨਾਲੋਂ ਟੁੱਟਾਂਗੇ ਤਾਂ ਸਾਡੇ ਵਿੱਚ ਵੀ ਇਸ ਕਿਸਮ ਦਾ ਅਜੀਬ ਕਿਸਮ ਦਾ ਵਿਹਾਰ ਆਊਗਾ। ਤਾਂ ਮੈਨੂੰ ਇਹ ਲੱਗਦਾ ਹੈ ਇਸ ਲਈ ਭਾਸ਼ਾ ਦੇ ਨਾਲ ਜਿੱਥੋਂ ਤੱਕ ਹੋ ਸਕਦਾ ਹੈ, ਇਹ ਸਹਿਜ ਪ੍ਰਕਿਰਿਆ ਹੈ, ਇਹਨੂੰ ਕੋਈ ਨਹੀਂ ਰੋਕ ਸਕਦਾ, ਇਹਨੇ ਬਦਲਣਾ ਹੈ, ਪਰ ਇਸ ਨੂੰ ਇੱਕਦਮ ਛੱਡਣਾ ਉਹ ਵੀ ਮਾੜੀ ਗੱਲ ਹੈ। ਇਸ ਕਰਕੇ ਜੇ ਸਹਿਜ ਰੂਪ ਦੇ ਵਿੱਚ ਬਦਲਾਅ ਆਉਂਦਾ ਜਾਂਦਾ ਹੈ ਤਾਂ ਸਹਿਜ ਰੂਪ ਦੇ ਵਿੱਚ ਅਸੀਂ ਸਾਰਿਆਂ ਨੇ ਸਾਡੇ ਕੱਪੜੇ ਬਦਲੇ, ਸਾਡਾ ਖਾਣਾ ਬਦਲਿਆ, ਅਸੀਂ ਧੋਤੀ ਤੋਂ ਪੈਂਟ ਤੱਕ ਆਏ, ਇਹ ਸਾਰੀਆਂ ਚੀਜ਼ਾਂ ਅਸੀਂ ਬਦਲੀਆਂ, ਅਸੀਂ ਗੱਡੇ ਤੋਂ ਕਾਰ ਤੱਕ ਆਏ, ਕਾਰ ਤੋਂ ਜਹਾਜ਼ ਤੱਕ ਗਏ। ਸਹਿਜ ਰੂਪ ਦੇ ਵਿੱਚ ਮੈਨੂੰ ਲੱਗਦਾ ਕਿ ਭਾਸ਼ਾ ਦਾ ਵੀ ਮੌਸਮ ਵਾਂਗੂ ਰੁੱਤਾਂ ਵਾਂਗੂ ਬਦਲਾਅ ਜੇ ਹੋਵੇ ਤਾਂ ਉਹ ਸਹਿਜ ਹੁੰਦਾ ਹੈ। ਜਦੋਂ ਅਸਹਿਜ ਰੂਪ ਦੇ ਵਿੱਚ ਕਿਸੇ ਤੇ ਦੂਜੀ ਭਾਸ਼ਾ ਥੋਪੀ ਜਾਵੇ ਤਾਂ ਉਹ ਸਮੱਸਿਆ ਦਾ ਕਾਰਨ ਬਣਦੀ ਹੈ। ਤੇ ਇਸ ਕਰਕੇ ਮੈਨੂੰ ਇਹ ਲੱਗਦਾ ਕਿ ਭਾਸ਼ਾ ਨਾਲ ਜੁੜਿਆ ਰਹਿਣਾ, ਉਹਨੂੰ ਵਿਰਸੇ ਨਾਲ ਜੁੜੇ ਰਹਿਣ ਵਰਗੀ ਗੱਲ ਹੈ। ਤੇ ਆਉਣ ਵਾਲੀਆਂ ਨਸਲਾਂ, ਜਿਹੜਾ ਤੁਹਾਡਾ ਦੂਜਾ ਪੱਖ ਸੀ ਪ੍ਰਸ਼ਨ ਦਾ, ਆਉਣ ਵਾਲੀਆਂ ਨਸਲਾਂ ਨੇ ਜਦੋਂ ਇੱਥੋਂ ਦੇ ਸੱਭਿਆਚਾਰ ਵਿੱਚ, ਇੱਥੋਂ ਦੀ ਧਰਤੀ ਦੇ ਵਿੱਚ ਰਹਿਣਾ ਹੈ ਤਾਂ ਅੰਗਰੇਜ਼ੀ ਦਾ ਸ਼ਬਦ ਮੈਂ ਵਰਤੂੰਗਾ ਜਿਹਨੂੰ ਅਸੀਂ ਕਲਾਈਮੇਟਾਈਜ਼ ਕਹਿੰਦੇ ਹਾਂ। ਉਹਨਾਂ ਨੇ ਇੱਥੋਂ ਦੇ ਮੌਸਮ, ਇੱਥੋਂ ਦੇ ਸੱਭਿਆਚਾਰ ਅਨੁਸਾਰ ਢਲਣਾ ਹੈ। ਇਹ ਕੋਈ ਮੈਨੂੰ ਲੱਗਦਾ ਕਿ ਪਛਾਂ ਖਿੱਚੂ ਜਾਂ ਅਵੱਲੀ ਗੱਲ ਨਹੀਂ ਹੈ। ਸਾਡੇ ਕੋਲੇ ਆਰੀਅਨ ਆਏ, ਉਸ ਤੋਂ ਬਾਅਦ ਹੂਣ, ਸ਼ਕ, ਕੁਸ਼ਾਣ, ਕਿੰਨੇ ਹੀ 5500 ਸਾਲ 'ਚ ਹਿੰਦੁਸਤਾਨ ਦੇ ਵਿੱਚ ਆਏ, ਲਗਾਤਾਰ ਢਲਦੇ ਗਏ ਤੇ ਅਸੀਂ ਇੱਕ ਹੁਣ ਰਾਸ਼ਟਰ ਬਣ ਗਏ। ਇਸੇ ਤਰੀਕੇ ਨਾਲ ਜਿਹੜੇ ਤੁਹਾਡੇ ਬੱਚੇ ਆ, ਇਹਨਾਂ ਨੇ ਇੱਕ ਦਿਨ 4 ਪੀੜ੍ਹੀਆਂ ਬਾਅਦ, 10 ਪੀੜ੍ਹੀਆਂ ਬਾਅਦ ਕੈਨੇਡੀਅਨ ਰਾਸ਼ਟਰ ਦਾ ਅੰਗ ਬਣ ਜਾਣਾ ਹੈ। ਤੇ ਉਸ ਦੇ ਵਿੱਚ ਥੋੜਾ ਥੋੜਾ ਵੱਖਰਾਪਣ ਭਾਸ਼ਾ ਦਾ ਵੀ ਜ਼ਰੂਰ ਬਣਿਆ ਰਹੂਗਾ। ਇਹ ਮੇਰੇ ਨਿੱਜੀ ਵਿਚਾਰ ਹੈ। ਮੈਨੂੰ ਲੱਗਦਾ ਕਿ ਇਹਨੂੰ ਇਸ ਕਿਸਮ ਨਾਲ ਮੈਂ ਸੋਚਾਂ ਜਾਂ ਮੈਂ ਸੋਚ ਸਕਦਾ। ਰਿਸ਼ੀ ਜੀ, ਕਿਸੇ ਭਾਸ਼ਾ ਨੂੰ ਕਿੱਤਾ ਮੁਖੀ ਬਣਾਉਣਾ ਕਿ ਮੈਂ ਜੇ ਇਹ ਲੈਂਗੁਏਜ ਪੜ੍ਹਾਂ ਤਾਂ ਮੈਨੂੰ ਰੋਜ਼ਗਾਰ ਵੀ ਮਿਲ ਜਾਏਗਾ, ਮੇਰੀ ਰੋਜ਼ੀ ਰੋਟੀ ਦਾ ਬੰਦੋਬਸਤ ਵੀ ਹੋ ਜਾਏਗਾ, ਉਹ ਕਿੰਨਾ ਕੁ ਜ਼ਰੂਰੀ ਆ ਜੀ ਕਿ ਅਸੀਂ ਉਸ ਤਰ੍ਹਾਂ ਦੀ ਭਾਸ਼ਾ ਦੀ ਸਿਰਜਣਾ ਕਰੀਏ ਜਿਹਦੇ ਨਾਲ ਸਾਨੂੰ ਰੋਜ਼ਗਾਰ ਵੀ ਮਿਲਦਾ ਰਹੇ, ਸਾਡੀਆਂ ਜੇਬਾਂ ਵੀ ਭਰੀਆਂ ਰਹਿਣ। ਤੁਹਾਡੀ ਬਿਲਕੁਲ ਗੱਲ ਠੀਕ ਹੈ ਰਿਸ਼ੀ ਜੀ। ਤੁਸੀਂ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਤੁਹਾਡੀ ਪੰਜਾਬੀ ਭਾਸ਼ਾ ਤੇ ਕਮਾਂਡ ਹੈ ਤੇ ਅੱਜ ਤੁਹਾਡੇ ਰੁਜ਼ਗਾਰ ਦੀ ਭਾਸ਼ਾ ਪੰਜਾਬੀ ਹੈ, ਤੁਹਾਨੂੰ ਲੋਕ ਪਸੰਦ ਕਰਦੇ ਆ, ਸੁਣਦੇ ਆ। ਇਸ ਕਰਕੇ ਅੱਜ ਪੰਜਾਬ ਦੇ ਵਿੱਚ ਮੈਂ ਜਿਸ ਡਿਪਾਰਟਮੈਂਟ ਦਾ ਮੁਖੀ ਹਾਂ ਉਸ ਦੇ ਵਿੱਚ ਜਰਨਲਿਜ਼ਮ ਦਾ ਅਸੀਂ ਕੋਰਸ ਕਰਵਾ ਰਹੇ ਹਾਂ ਤੇ ਵਾਰ-ਵਾਰ ਸਾਡੇ ਕੋਲੇ ਨਾ ਸਿਰਫ ਪੰਜਾਬ ਦੇ ਵਿੱਚੋਂ ਬਲਕਿ ਦਿੱਲੀ ਤੋਂ ਜਿਹੜੇ ਚੈਨਲ ਚੱਲਦੇ ਆ ਪੰਜਾਬੀ ਦੇ, ਉਹਨਾਂ ਦੀ ਮੰਗ ਆਉਂਦੀ ਹੈ ਕਿ ਸਾਨੂੰ ਵਧੀਆ ਭਾਸ਼ਾ ਜਿਹੜਾ ਬੋਲਣ ਵਾਲਾ ਵਿਅਕਤੀ ਦਿਓ। ਕਿਉਂਕਿ ਕੋਈ ਵੀ ਵਸਤ ਹੈ, ਭਾਵੇਂ ਕੋਈ ਬੰਦਾ ਜਿਵੇਂ ਤੁਹਾਡੇ ਸਮੋਸੇ ਬਣਾਉਂਦਾ ਹੈ, ਉਹਦੀ ਮਸ਼ਹੂਰੀ ਹੋ ਜਾਂਦੀ ਹੈ, ਪਟਿਆਲੇ 'ਚ ਕੋਈ ਕਚੌਰੀਆਂ ਬਣਾਉਂਦਾ, ਹਰ ਸ਼ਹਿਰ ਦੇ ਵਿੱਚ ਕੋਈ ਨਾ ਕੋਈ ਕਿਸੇ ਵਿਅਕਤੀ ਦੀ ਖਾਸੀਅਤ ਹੁੰਦੀ ਹੈ, ਉਹ ਭਾਵੇਂ ਖੇਤਰੀ ਚੀਜ਼ ਹੋਵੇ। ਇਸ ਕਰਕੇ ਜਦੋਂ ਕਿਸੇ ਵਿਅਕਤੀ ਦੀ ਆਪਣੀ ਭਾਸ਼ਾ ਦੇ ਵਿੱਚ ਪਕਿਆਈ ਹੋ ਜਾਂਦੀ ਹੈ ਤਾਂ ਉਸ ਨੂੰ ਕਿੱਤੇ ਦੇ ਤੌਰ ਤੇ ਵੀ ਅਪਣਾ ਸਕਦਾ ਹੈ। ਜੇ ਮੂਸੇ ਪਿੰਡ ਦੇ ਵਿੱਚ ਰਹਿਣ ਵਾਲਾ ਸਿੱਧੂ ਮੂਸੇਵਾਲਾ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਹਾਸਲ ਕਰ ਸਕਦਾ ਆਪਣੀ ਭਾਸ਼ਾ ਕਰਕੇ, ਤਾਂ ਕੋਈ ਵੀ ਵਿਅਕਤੀ ਹੈ ਜਿਹੜਾ ਆਪਣੀ ਭਾਸ਼ਾ ਦੇ ਵਿੱਚ ਪ੍ਰਵੀਨਤਾ ਹਾਸਲ ਕਰਕੇ ਉਸ ਨੂੰ ਕਿੱਤੇ ਦੀ ਭਾਸ਼ਾ ਬਣਾ ਸਕਦਾ ਹੈ। ਤੇ ਜਿਹੜੇ ਵਪਾਰੀ ਹੈ, ਵਪਾਰੀਆਂ ਦਾ ਭਾਸ਼ਾ ਨਾਲ ਜਾਂ ਸੱਭਿਆਚਾਰ ਨਾਲ ਓਨਾ ਪ੍ਰੇਮ ਨਹੀਂ ਹੁੰਦਾ ਜਿੰਨਾ ਆਪਣੇ ਕਿੱਤੇ ਨਾਲ ਹੁੰਦਾ ਹੈ। ਇਸ ਕਰਕੇ ਜੇ ਕਿਸੇ ਕੈਨੇਡਾ ਦੇ ਵਪਾਰੀ ਨੂੰ ਲੱਗੂਗਾ ਕਿ ਪੰਜਾਬੀ ਵਿੱਚ ਗੱਲਾਂ ਕਰਨ ਨਾਲ ਉਹਨਾਂ ਦੇ ਕਾਮੇ ਜ਼ਿਆਦਾ ਕੰਮ ਕਰਨਗੇ ਤਾਂ ਉਹ 1 ਮਿੰਟ ਦੇ ਵਿੱਚ ਇਸ ਨੂੰ ਅਪਣਾ ਲੈਣਗੇ। ਇੱਕ ਨਿੱਜੀ ਐਗਜ਼ਾਮਪਲ ਦੇ ਕੇ ਮੈਂ ਆਪਣੇ ਸਵਾਲ ਨੂੰ ਖਤਮ ਕਰੂੰਗਾ ਇਸ ਨੂੰ। ਉਹ ਇਹ ਹੈ ਕਿ ਪੰਜਾਬ ਦੇ ਵਿੱਚ ਪੈਪਸੀ ਵਾਲਿਆਂ ਨੇ ਆਪਣਾ ਪਲਾਂਟ ਲਾਉਣਾ ਸੀ। ਇੱਥੋਂ ਦੇ ਅੱਧ-ਪੜ੍ਹ ਕਾਮਿਆਂ ਨੂੰ ਅੰਗਰੇਜ਼ੀ ਦੇ ਵਿੱਚ ਲਿਖੇ ਹੋਏ ਮੈਨੂਅਲ ਸਮਝ ਨਹੀਂ ਆਉਂਦੇ ਸੀ। ਉਹਨਾਂ ਨੇ ਥੋੜੇ ਸਮੇਂ ਦੇ ਵਿੱਚ ਸਾਰੇ ਮੈਨੂਅਲ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਵਾਏ। ਉਹਦੇ ਨਾਲ ਸਾਰੇ ਕਾਮੇ ਆ ਜਿਹੜੇ ਪੰਜਾਬੀ ਰਾਹੀਂ ਆਪਣਾ ਕੰਮ ਕਰਨ ਲੱਗ ਗਏ ਤੇ ਉਹਨਾਂ ਨੇ ਅੰਗਰੇਜ਼ੀ ਭਾਸ਼ਾ ਨੂੰ ਪੰਜਾਬੀ 'ਚ ਬਦਲ ਕੇ ਕਾਮਿਆਂ ਨੂੰ ਸਿਖਾ ਕੇ ਕਿੱਤਾ ਮੁਖੀ ਰੂਪ ਦਾ ਉਹਨੂੰ ਦੇਤਾ। ਇਸ ਕਰਕੇ ਮੇਰਾ ਮਤਲਬ ਇਹ ਹੈ
ਕਿ ਜਿਹਦੇ ਹੱਥ ਵਿੱਚ ਆਰਥਿਕਤਾ ਦੀ ਕੁੰਜੀ ਹੁੰਦੀ ਹੈ, ਜਿਹੜੇ ਕਾਮੇ ਹੁੰਦੇ ਆ ਉਸੇ ਦੀ ਭਾਸ਼ਾ ਨੂੰ ਅਪਣਾ ਲੈਂਦੇ ਆ। ਅਸੀਂ ਜਦੋਂ ਹੁਣ ਇਹ ਚਾਹੁੰਦੇ ਆ ਜਾਂ ਇਹ ਦੇਖਦੇ ਆ ਕਿ ਸਾਡੀ ਆਰਥਿਕਤਾ ਅੰਗਰੇਜ਼ੀ ਦਾ ਆਇਲਟਸ ਕਰਕੇ ਕੈਨੇਡਾ ਜਾਣ ਨਾਲ ਬਿਹਤਰ ਹੁੰਦੀ ਹੈ, ਤਾਂ ਅਸੀਂ 3-3 ਮਹੀਨਿਆਂ ਦੇ ਵਿੱਚ 6 ਬੈਂਡ ਲੈ ਕੇ ਝੱਟ ਤੁਹਾਡੇ ਕੋਲੇ ਪਹੁੰਚ ਜਾਂਦੇ ਆ। ਇਸ ਕਰਕੇ ਮੈਨੂੰ ਇਹ ਲੱਗਦਾ ਕਿ ਇਹ ਹਰ ਭਾਸ਼ਾ ਦੇ ਵਿੱਚ ਇਹੀ ਹੁੰਦਾ ਹੈ ਕਿ ਜਿਸ ਚੋਂ ਰੁਜ਼ਗਾਰ ਮਿਲੂਗਾ, ਨਾ ਸਿਰਫ ਭਾਸ਼ਾ ਬਲਕਿ ਬਾਕੀ ਸਾਰੇ ਕੰਮ ਵੀ ਬੰਦੇ ਸਹਿਜ ਨਾਲ ਸਿੱਖ ਲੈਂਦੇ ਆ। ਰਿਸ਼ੀ ਜੀ ਜੀ ਤੇ ਡਾਕਟਰ ਸਾਹਿਬ ਇੱਕ ਹੋਰ ਗੱਲ, ਜਿਹੜੇ ਸਾਡੇ 35 ਅੱਖਰੀ ਹੈ ਸਾਡੀ ਜਿਹੜੇ ਅਲਫਾਬੈਟਸ ਨੇ ਸਾਡੇ ਜੀ, ਉਹਦੇ ਵਿੱਚ ਬਿੰਦੀਆਂ ਵਾਲੇ ਅੱਖਰ ਆ, ਪੈਰਾਂ ਵਿੱਚ ਬਿੰਦੀ ਪਾਉਂਦੇ ਆ ਅਸੀਂ ਜੀ। ਇਹ ਮੰਨਿਆ ਜਾਂਦਾ ਹੈ, ਇਹ ਕਿਹਾ ਜਾਂਦਾ ਹੈ ਕਿ ਇਹ ਸ਼ਬਦ ਸਾਡੇ ਕੋਲੋਂ ਬਾਹਰਲੀ ਭਾਸ਼ਾ ਦੇ ਸ਼ਬਦ ਨੇ ਜਿਨ੍ਹਾਂ ਦੇ ਹੇਠਾਂ ਅਸੀਂ ਬਿੰਦੀ ਪਾਉਂਦੇ ਆ। ਪਰ ਹੌਲੀ ਹੌਲੀ ਇਹ ਰੁਝਾਨ ਹੁਣ ਘਟਦਾ ਜਾ ਰਿਹਾ ਹੈ, ਕਈ ਅੱਖਰਾਂ ਥੱਲੇ ਤੋਂ ਬਿੰਦੀ ਉੱਡੀ ਗਈ ਹੈ ਜੀ। ਤੇ ਕੀ ਇਹ ਠੀਕ ਹੈ? ਜੇ ਉੱਡ ਗਈ ਹੈ ਤਾਂ ਕੋਈ ਗੱਲ ਨਹੀਂ, ਕਿ ਉਡਾ ਦੇਣੀ ਚਾਹੀਦੀ ਹੈ ਕਿ ਇਹਨਾਂ ਨੂੰ ਸੰਭਾਲਣਾ ਚਾਹੀਦਾ? ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਐਜ਼ ਪੰਜਾਬੀ ਦੇ ਵਿਦਵਾਨ ਹੋ ਤੁਸੀਂ? ਇਹਦੇ ਬਾਰੇ ਰਿਸ਼ੀ ਜੀ ਬਹੁਤ ਬਹਿਸ ਹੋਈ ਕਿ ਸ਼ਬਦ ਜੋੜ ਕਿਵੇਂ ਹੋਣ। ਇੱਕ ਪੱਧਰ ਤੇ ਇਹ ਫੈਸਲਾ ਲਿਆ ਗਿਆ ਕਿ ਜਿਸ ਪ੍ਰਕਾਰ ਲਿਖਿਆ ਜਾਂਦਾ ਹੈ ਉਸ ਪ੍ਰਕਾਰ ਹੀ ਬੋਲਿਆ ਜਾਵੇ। ਪਹਿਲਾਂ ਸਿਧਾਂਤ ਦੇ ਉੱਪਰ ਅਧਿਕ ਪਾਇਆ ਜਾਂਦਾ ਸੀ, ਇੱਕ ਦੇ ਉੱਪਰ ਅਧਿਕ ਪਾਇਆ ਜਾਂਦਾ ਸੀ, ਵਿੱਚ ਦੇ ਉੱਪਰ ਅਧਿਕ ਪਾਇਆ ਜਾਂਦਾ ਸੀ। ਅੱਜ ਕੱਲ ਉਹ ਅਧਿਕ ਹੈ ਜਿਹੜਾ ਉਸ ਨੂੰ ਹਟਾਤਾ। ਇਹਦੇ ਨਾਲ ਦਿੱਕਤ ਕਿੱਥੇ ਆਉਂਦੀ ਹੈ ਤੇ ਇਹਦੀ ਸਹੂਲਤ ਕੀ ਹੈ, ਆਪਾਂ ਸੰਖੇਪ ਦੇ ਵਿੱਚ ਦੋਵਾਂ ਬਾਰੇ ਗੱਲ ਕਰ ਲੈਂਦੇ ਹਾਂ। ਜਦੋਂ ਕੋਈ ਦੂਸਰੀ ਭਾਸ਼ਾ ਦਾ ਵਿਅਕਤੀ ਵਿਆਕਰਨ ਰਾਹੀਂ ਤੁਹਾਡੀ ਭਾਸ਼ਾ ਨੂੰ ਸਿੱਖਦਾ ਹੈ ਤਾਂ ਉਸ ਨੂੰ ਉਸ ਆਵਾਜ਼ ਨੂੰ ਸਮਝਣ ਦੀ ਜ਼ਰੂਰਤ ਪੈਂਦੀ ਹੈ। ਜਿਹੜਾ ਮਾਤ ਭਾਸ਼ਾ ਦੇ ਵਿੱਚੋਂ ਵਿਅਕਤੀ ਆਪਣੀ ਭਾਸ਼ਾ ਨੂੰ ਸਿੱਖਦਾ ਹੈ ਉਸ ਨੂੰ ਉਸ ਕਿਸਮ ਦੀ ਜ਼ਰੂਰਤ ਨਹੀਂ ਪੈਂਦੀ। ਇਹਦੀ ਜੇ ਉਦਾਹਰਨ ਦੇਵਾਂ, ਅਸੀਂ ਲਿਖਦੇ ਪੜ੍ਹਾਈ ਹੈ, ਬੋਲਦੇ ਪੜ੍ਹਾਈ ਹੈ। ਇਸ ਕਰਕੇ ਪਾ ਨੂੰ ਭਾ ਧੁਨੀ ਦੇ ਵਿੱਚ ਅਸੀਂ ਸਾਡੇ ਸੱਭਿਆਚਾਰਕ ਤੌਰ ਤੇ ਬਦਲ ਲੈਂਦੇ ਹਾਂ। ਸਾਨੂੰ ਪਤਾ ਲੱਗ ਜਾਂਦਾ ਕਿ ਇੱਥੇ ਉਸ ਵਾਕ ਦੇ ਵਿੱਚ ਇਸ ਚੀਜ਼ ਦੀ ਜ਼ਰੂਰਤ ਹੈ। ਪਰ ਇਹ ਵੀ ਆਪਣੇ ਆਪ ਦੇ ਵਿੱਚ ਗਲਤ ਗੱਲ ਹੈ ਕਿ ਜਿਵੇਂ ਲਿਖਿਆ ਜਾਂਦਾ ਉਵੇਂ ਹੀ ਬੋਲਿਆ ਜਾਂਦਾ ਹੈ। ਜੇ ਅੰਗਰੇਜ਼ੀ ਦੀ ਗੱਲ ਕਰੀਏ, LIVE, ਉਸ ਨੂੰ ਅਸੀਂ ਜਿੱਥੇ ਸੈਂਟੈਂਸ ਦੇ ਵਿੱਚ ਜ਼ਰੂਰਤ ਹੁੰਦੀ ਹੈ ਉਹਨੂੰ ਲਾਈਵ ਕਹਿੰਦੇ ਆ, ਜਿੱਥੇ ਜ਼ਰੂਰਤ ਹੁੰਦੀ ਹੈ ਉਸੇ ਨੂੰ ਹੀ ਲਿਵ ਕਹਿੰਦੇ ਆ। ਦੋਨਾਂ ਦੇ ਅਰਥ ਬਦਲ ਜਾਂਦੇ ਆ ਜਦੋਂ ਕਿ ਉਹਨਾਂ ਦੇ ਵਰਨ ਸਾਰੇ ਜਾਂ ਉਹਨਾਂ ਦੇ ਅੱਖਰ ਉਹੀ ਰਹਿੰਦੇ ਆ। ਇਸੇ ਤਰੀਕੇ ਨਾਲ ਜਿਹੜੇ ਪੈਰ 'ਚ ਪਏ ਹੋਏ ਅੱਖਰ ਹੈ, ਕੁਝ ਸਾਫਟ ਧੁਨੀਆਂ ਲਈ ਸਾਡੀ ਜ਼ਰੂਰਤ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਅਧਿਕ ਦੀ ਵਰਤੋਂ ਨਹੀਂ ਹੁੰਦੀ ਸੀ। ਉਸ ਸਮੇਂ ਬਹੁਤ ਸਾਰੇ ਸ਼ਬਦਾਂ ਦੇ ਪੈਰ ਦੇ ਵਿੱਚ ਯਈਆ ਤੇ ਵਾਹਵਾ ਪਾਏ ਜਾਂਦੇ ਸੀ, ਅੱਜ ਉਹ ਨਹੀਂ ਪਾਏ ਜਾਂਦੇ। ਅੱਜ ਸਭ ਤੋਂ ਨਵੀਂ ਜੇ ਆਪਾਂ ਚੇਂਜ ਦੀ ਗੱਲ ਕਰੀਏ ਤਾਂ ਜਦੋਂ ਲਾਲ ਸ਼ਬਦ ਲਿਖਿਆ ਜਾਂਦਾ, ਉਹਨਾਂ ਨੇ ਕਿਹਾ ਕਿ ਦੋਨੇ ਲੱਲਿਆਂ ਦੀ ਆਵਾਜ਼ ਇੱਕ ਸਮਾਨ ਨਹੀਂ ਹੈ, ਇਸ ਕਰਕੇ ਪੈਰ 'ਚ ਬਿੰਦੀ ਪਾ ਲਈ ਜਾਵੇ ਤਾਂ ਕੋਈ ਹਰਜ ਨਹੀਂ ਹੈ। ਹੁਣ ਜੇ ਮੈਂ ਇਸ ਗੱਲ ਨੂੰ ਕਹਾਂ ਕਿ ਜ਼ਰੂਰਤ ਹੈ ਜਾਂ ਨਹੀਂ, ਇੱਕ ਸਟੈਪ ਅਸੀਂ ਹੋਰ ਅੱਗੇ ਜਾਈਏ। ਅੱਜ ਤਕਨਾਲੋਜੀ ਦੇ ਯੁੱਗ ਦੇ ਵਿੱਚ ਮੈਂ ਪਿਛਲੇ ਦਿਨਾਂ ਦੇ ਵਿੱਚ ਕੋਸ਼ਿਸ਼ ਕੀਤੀ ਕਿ ਲਿਖੀ ਹੋਈ ਗੁਰਮੁਖੀ ਨੂੰ ਮਸ਼ੀਨ ਰਾਹੀਂ ਵੌਇਸ ਦਿੱਤਾ ਜਾਵੇ, ਜਿਹਨੂੰ ਅਸੀਂ ਟੈਕਸਟ ਟੂ ਵੌਇਸ ਕਹਿੰਦੇ ਹਾਂ। ਜਦੋਂ ਮੈਂ ਉਹ ਦੇਣ ਦੀ ਕੋਸ਼ਿਸ਼ ਕੀਤੀ ਤਾਂ ਮਸ਼ੀਨ ਜਦੋਂ ਮਹੱਤਵ ਬੋਲਦੀ ਹੈ, ਜੇ ਅਸੀਂ ਅਧਿਕ ਪਾ ਦਈਏ ਤਾਂ ਉਹਨੂੰ ਹੋਰ ਤਰੀਕੇ ਨਾਲ ਪ੍ਰੋਨਾਉਂਸ ਕਰਦੀ ਹੈ। ਮੈਨੂੰ ਇਹ ਲੱਗਦਾ ਕਿ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਈ ਸ਼ਬਦਾਂ ਦੇ ਵਿੱਚ ਹੋਰ ਵੀ ਤਬਦੀਲੀਆਂ ਕਰਨੀਆਂ ਪੈਣਗੀਆਂ, ਕਿਉਂਕਿ ਜਦੋਂ ਅਸੀਂ ਲਿਖੇ ਹੋਏ ਪਾਠ ਨੂੰ ਕੋਸ਼ਿਸ਼ ਕਰਾਂਗੇ ਕਿ ਸਾਨੂੰ ਮਸ਼ੀਨ ਮੋਬਾਈਲ ਪੜ੍ਹ ਕੇ ਸੁਣਾ ਦੇ ਤਾਂ ਉਹਦੇ ਨਾਲ ਸਾਨੂੰ ਆਉਣ ਵਾਲੇ ਭਵਿੱਖ ਦੇ ਵਿੱਚ ਹੋਰ ਵੀ ਤਬਦੀਲੀਆਂ ਕਰਨੀਆਂ ਪੈਣਗੀਆਂ। ਇਸ ਕਰਕੇ ਭਾਸ਼ਾ ਦੇ ਵਿੱਚ ਭਾਸ਼ਾ ਨੂੰ ਜਿਉਂਦਾ ਰੱਖਣ ਵਾਸਤੇ ਲਗਾਤਾਰ ਸਾਨੂੰ ਨਵੀਆਂ ਤਬਦੀਲੀਆਂ ਕਰਦੇ ਰਹਿਣਾ ਪੈਂਦਾ ਹੈ ਤੇ ਇਸ ਕਰਕੇ ਜਿਹੜੇ ਸਾਡੇ ਸ਼ਬਦ ਜੋੜ ਹੈ ਉਹ ਨਾ ਕਦੇ ਪਹਿਲਾਂ ਇੱਕ ਰਹੇ ਆ, ਨਾ ਆਉਣ ਵਾਲੇ ਸਮੇਂ 'ਚ ਇੱਕ ਰਹਿਣੇ ਹੈ। ਇਸ ਲਈ ਇਹ ਨਿਰੰਤਰ ਚੱਲਦਾ ਲੋੜ ਅਨੁਸਾਰ ਬਣਿਆ ਹੋਇਆ ਪ੍ਰਵਾਹ ਹੈ ਤੇ ਇਹਨਾਂ ਬਾਰੇ ਅਜੇ ਵੀ ਅਸੀਂ ਕਹਿੰਦੇ ਹਾਂ ਡਿਬੇਟ ਖਤਮ ਨਹੀਂ ਹੋਈ, ਉਹ ਚੱਲਦੀ ਰਹਿੰਦੀ ਹੈ। ਕਈ ਵਿਦਵਾਨ ਕਹਿੰਦੇ ਆ ਕਿ ਜਦੋਂ ਪੈਰ 'ਚ ਅੱਖਰ ਪਾਉਣੇ ਆ ਉਹਦੇ ਨਾਲ ਅੱਧੇ ਅੱਖਰ ਦੀ ਸਾਊਂਡ ਆਉਂਦੀ ਹੈ। ਜੇ ਅਸੀਂ ਸ਼ਬਦ ਕਮਰਸ ਬੋਲਦੇ ਆ ਜਾਂ ਸ਼ਬਦ ਕਿਰਤ ਬੋਲਦੇ ਆ ਤਾਂ ਕੱਕੇ ਦੇ ਪੈਰ 'ਚ ਰਾਰਾ ਪਾ ਕੇ ਤੱਤਾ ਕਿਰਤ ਪਾਉਣੇ ਆ ਤਾਂ ਇਹਦਾ ਮਤਲਬ ਕ੍ਰੀਏਸ਼ਨ ਹੋ ਜਾਂਦਾ ਹੈ। ਜੇ ਅਸੀਂ ਕਿਰਤ 'ਚ ਰਾਰਾ ਪੂਰਾ ਪਾ ਦਈਏ ਤਾਂ ਇਹਦਾ ਅਰਥ ਹੈ ਜਿਹੜਾ ਉਹ ਲੇਬਰ ਹੋ ਜਾਂਦਾ ਹੈ। ਤਾਂ ਮੈਨੂੰ ਇਹ ਲੱਗਦਾ ਕਿ ਇਹਨਾਂ ਚੀਜ਼ਾਂ ਬਾਰੇ ਲਗਾਤਾਰ ਡਿਬੇਟ ਵੀ ਚੱਲਦੀ ਰਹਿਣੀ ਹੈ ਤੇ ਅੱਖਰਾਂ ਦੇ ਵਿੱਚ ਨਿਰੰਤਰ ਤਬਦੀਲੀ ਵੀ ਆਉਂਦੀ ਰਹਿਣੀ ਹੈ। ਰਿਸ਼ੀ ਜੀ ਤੇ ਆਖਰੀ ਸੁਨੇਹਾ ਸਾਡੇ ਸੁਣਨ ਵਾਲਿਆਂ ਲਈ ਤੁਹਾਡੇ ਵੱਲੋਂ? ਮੈਂ ਸਾਰੇ ਦੋਸਤਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜਿਹੜੀ ਸਾਡੀ ਭਾਸ਼ਾ ਹੁੰਦੀ ਹੈ ਇਹ ਸਾਡੇ ਸੱਭਿਆਚਾਰ ਦਾ ਵਾਹਨ ਹੁੰਦੀ ਹੈ।
ਜੇ ਕੋਈ ਵਿਅਕਤੀ ਪੰਜਾਬੀ ਭਾਸ਼ਾ ਨੂੰ ਸਿੱਖਣ ਦੀ ਜਾਂ ਵਰਤਣ ਦੀ ਗੱਲ ਕਰਦਾ ਹੈ ਤਾਂ ਉਹ ਸਿਰਫ ਭਾਸ਼ਾ ਨਹੀਂ ਹੈ, ਉਸ ਨੂੰ ਭਾਸ਼ਾ ਦੇ ਵਿੱਚੋਂ ਧਨੀ ਰਾਮ ਚਾਤਰਿਕ ਦੇ ਸਾਂਝੇ ਪੰਜਾਬ ਦੇ ਵੀ ਦਰਸ਼ਨ ਹੁੰਦੇ ਹੈ, ਭਾਈ ਵੀਰ ਸਿੰਘ ਦੀ ਸੁੰਦਰ ਲਿਖਤ ਦੇ ਵੀ ਦਰਸ਼ਨ ਹੁੰਦੇ ਹੈ, ਸ਼ਿਵ ਕੁਮਾਰ ਬਟਾਲਵੀ ਦੇ ਦਰਦ ਦੇ ਵੀ ਦਰਸ਼ਨ ਹੁੰਦੇ ਹੈ, ਬਾਬੂ ਰਜਵਲੀ ਦੀਆਂ ਤਿੰਨ ਲੜੇ ਛੰਦਾਂ ਦੇ ਵੀ ਦਰਸ਼ਨ ਹੁੰਦੇ ਹੈ, ਤੇ ਸਾਡੇ ਜਿਹੜੇ ਪੁਰਾਣੇ ਸਾਡੇ ਯੋਧੇ ਸੀ, ਸਾਡੇ ਬਲਵਾਨ ਵਿਅਕਤੀ ਸੀ, ਉਹਨਾਂ ਦੇ ਜੀਵਨੀ ਤੇ ਇਤਿਹਾਸ ਦੇ ਵੀ ਦਰਸ਼ਨ ਹੁੰਦੇ ਹੈ। ਇਸ ਕਰਕੇ ਮੈਂ ਇਹ ਕਹਿਣਾ ਕਿ ਜੇ ਪਰਿਵਾਰਾਂ ਨੇ ਆਪਣੇ ਬੱਚਿਆਂ ਨੂੰ ਮਾਨਸਿਕ ਤੌਰ ਤੇ ਆਪਣੇ ਸੱਭਿਆਚਾਰ ਨਾਲ ਜੋੜ ਕੇ ਤਕੜੇ ਰੱਖਣਾ ਹੈ ਤਾਂ ਉਹਨਾਂ ਨੂੰ ਆਪਣੇ ਸਾਂਝੇ ਸੱਭਿਆਚਾਰ ਤੇ ਪੰਜਾਬ ਦੀ ਭਾਸ਼ਾ ਨਾਲ ਜੋੜ ਕੇ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਮੇਰੇ ਵੱਲੋਂ ਮੈਂ ਅੱਜ ਦੇ ਦਿਵਸ ਤੇ ਇਹੀ ਸੰਦੇਸ਼ ਦੇਣਾ ਚਾਹੁੰਦਾ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਸਾਨੂੰ ਸਮਾਂ ਦੇਣ ਲਈ, ਪੰਜਾਬੀ ਬਾਰੇ, ਸਾਡੀ ਮਾਂ ਬੋਲੀ ਬਾਰੇ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ ਤੁਹਾਡਾ ਵੀ ਰਿਸ਼ੀ ਜੀ, ਬਹੁਤ ਬਹੁਤ ਧੰਨਵਾਦ।